ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਮਹੀਨੇ ਪੂਰੇ ਹੋਣ ਜਾ ਰਹੇ ਨੇ, ਪਰ 3 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਮੂਸੇਵਾਲਾ ਦੇ ਪਰਿਵਾਰ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਤੇ ਸਿੱਧੂ ਦੇ ਫੈਨਸ ਨੂੰ ਵੀ ਇੱਕ ਅਪੀਲ ਕੀਤੀ ਹੈ। ਨਾਲ ਹੀ ਸਿੱਧੂ ਦੇ ਮਾਤਾ-ਪਿਤਾ ਨੇ ਮੋਹਾਲੀ ਦੀ ਇੱਕ ਪੌਸ਼ ਸੁਸਾਇਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਉੱਥੇ ਹੀ ਕੜੀ ਗਈ ਹੈ। ਮੂਸੇਵਾਲਾ ਦੇ ਮਾਤਾ-ਪਿਤਾ ਨੇ ਹੋਰ ਕੀ ਕੁਝ ਕਿਹਾ, ਇਸੇ ਤੇ ਆਧਾਰਿਤ ਹੈ ਸਾਡੀ ਖਾਸ ਪੇਸ਼ਕਸ਼ ਸੜਕਾਂ ਤੇ ਗੋਲੀ ਤੇ ਇਨਸਾਫ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ 90 ਦਿਨ ਹੋਣ ਵਾਲੇ ਨੇ, ਪਰ 3 ਮਹੀਨੇ ਪੂਰੇ ਹੋਣ ਤੋਂ ਹਫ਼ਤਾ ਕੁ ਪਹਿਲਾਂ ਮੂਸੇਵਾਲਾ ਦੇ ਮਾਤਾ-ਪਿਤਾ ਮੀਡੀਆ ਦੇ ਸਾਹਮਣੇ ਆਏ ਨੇ ਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਨਾਲ ਹੀ ਉਹਨਾਂ ਇਨਸਾਫ ਲਈ ਸੜਕਾਂ ਤੇ ਉਤਰਨ ਦਾ ਵੀ ਫੈਸਲਾ ਲਿਆ ਹੈ। ਤੁਸੀਂ ਜਿਹੜੇ ਵੀ ਪਿੰਡਾਂ ਤੋਂ ਆਏ ਹੋ, ਤੁਹਾਡੇ ਕਲੱਬ ਨੇ, ਤੁਸੀਂ ਸਿੱਧੂ ਨੂੰ ਆਪਣੇ ਭਰਾ ਨੂੰ ਪਿਆਰ ਕਰਦੇ ਹੋ, ਤੁਸੀਂ ਕੈਂਡਲ ਮਾਰਚ ਕੱਢੋ ਆਪੋ ਆਪਣੇ ਪਿੰਡ ਜਿੱਥੇ ਵੀ ਤੁਸੀਂ ਬੈਠੇ ਹੋ, ਦੂਰ ਨੇੜੇ ਹੋਗੇ। ਅਗਲੇ ਹਫ਼ਤੇ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ, ਸਾਨੂੰ ਸੜਕਾਂ ਤੇ ਆਉਣਾ ਪੈਣਾ ਹੈ। ਇਹ ਚੇਤਾਵਨੀ ਹੈ ਉਸ ਬਾਪ ਦੀ ਜਿਸ ਦੇ 6 ਫੁੱਟੇ ਜਵਾਨ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਹ ਚੇਤਾਵਨੀ ਹੈ ਉਸ ਬਾਪ ਦੀ ਜਿਸ ਦੀ ਪੁੱਤ ਨਾਲ ਯਾਰੀ ਦੇ ਚਰਚੇ ਪੂਰੀ ਦੁਨੀਆ 'ਚ ਮਸ਼ਹੂਰ ਸੀ। ਤੇ ਚੇਤਾਵਨੀ ਹੈ ਉਸ ਬਾਪ ਦੀ ਜਿਸ ਦੇ ਪੁੱਤ ਦੀ ਮੌਤ ਨੂੰ ਤਕਰੀਬਨ 3 ਮਹੀਨੇ ਹੋ ਗਏ ਨੇ, ਪਰ ਦੋਸ਼ੀ ਕੈਨੇਡਾ ਘੁੰਮ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ, ਜਿਸ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ, ਉਹ ਵੀ 1 ਹਫ਼ਤੇ ਦਾ। ਪਿਤਾ ਨੇ ਕਿਹਾ ਕਿ 1 ਹਫ਼ਤੇ ਤੱਕ ਸਿੱਧੂ ਦੇ ਫੈਨਸ ਆਪਣੇ ਪਿੰਡਾਂ 'ਚ ਕੈਂਡਲ ਮਾਰਚ ਕੱਢਣ ਤੇ ਹਫ਼ਤੇ ਬਾਅਦ ਉਹ ਖੁਦ ਸੜਕਾਂ ਤੇ ਆਉਣਗੇ। ਤੁਸੀਂ ਜਿਹੜੇ ਵੀ ਪਿੰਡਾਂ ਤੋਂ ਆਏ ਹੋ, ਤੁਹਾਡੇ ਕਲੱਬ ਨੇ, ਤੁਸੀਂ ਸਿੱਧੂ ਨੂੰ ਆਪਣੇ ਭਰਾ ਨੂੰ ਪਿਆਰ ਕਰਦੇ ਹੋ, ਤੁਸੀਂ ਕੈਂਡਲ ਮਾਰਚ ਕੱਢੋ ਆਪੋ ਆਪਣੇ ਪਿੰਡ ਜਿੱਥੇ ਵੀ ਤੁਸੀਂ ਬੈਠੇ ਹੋ, ਦੂਰ ਨੇੜੇ ਹੋਗੇ। ਅਗਲੇ ਹਫ਼ਤੇ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ, ਸਾਨੂੰ ਸੜਕਾਂ ਤੇ ਆਉਣਾ ਪੈਣਾ ਹੈ। ਸਿਰਫ ਪ੍ਰੋਗਰਾਮ ਦਾ ਐਲਾਨ ਹੀ ਨਹੀਂ ਕੀਤਾ, ਸਗੋਂ ਸਰਕਾਰਾਂ ਨੂੰ ਦਿੱਤੇ ਸਮੇਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਪ੍ਰਦਰਸ਼ਨ ਮੌਕੇ ਦੇ ਮਾਹੌਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। ਮੈਂ ਅੱਜ ਦੇ ਪ੍ਰੋਗਰਾਮ ਤੇ ਮਤਲਬ ਇਹੀ ਗੱਲ ਮੈਂ ਦੱਸਣੀ ਵੀ ਚਾਹੁੰਦਾ ਇਸ ਗੱਲ ਦੀ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ, ਸਾਨੂੰ ਸੜਕਾਂ ਤੇ ਆਉਣਾ ਪੈਣਾ ਹੈ, ਪਰ ਅਸੀਂ ਫਿਰ ਵੀ ਕੋਈ ਕਾਹਲ ਨਹੀਂ ਵਰਤਾਂਗੇ। ਇਹਦੀ ਜ਼ਿੰਮੇਵਾਰੀ ਗੌਰਮੈਂਟ ਨੂੰ ਲੈਣੀ ਪਊਗੀ। ਪਿਤਾ ਬਲਕੌਰ ਸਿੰਘ ਦੀਆਂ ਭਾਵੁਕ ਤਸਵੀਰਾਂ ਬਹੁਤ ਦੇਖੀਆਂ, ਚਾਹੇ ਉਹ ਗੁੱਗੂ ਪੁੱਤ ਦੇ ਸੰਸਕਾਰ ਵੇਲੇ ਮਾਰੀ ਪੱਟ ਤੇ ਥਾਪੀ ਹੋਵੇ, ਚਾਹੇ ਪੱਗ ਲਾ ਕੇ ਪ੍ਰਸ਼ੰਸਕਾਂ ਦਾ ਪਿਆਰ ਸਵੀਕਾਰਿਆ ਹੋਵੇ। ਹੁਣ ਕਤਲ ਦੇ 80 ਦਿਨਾਂ ਬਾਅਦ ਪਿਤਾ ਦਾ ਗੁੱਸੇ ਵਾਲਾ ਸੁਭਾਅ ਵੀ ਦੇਖਣ ਨੂੰ ਮਿਲਿਆ ਤੇ ਨਾਲ ਹੀ ਕਹਿ ਰਹੇ ਨੇ ਕਿ ਹੁਣ ਬਹੁਤ ਰੋਣਾ ਹੋ ਗਿਆ, ਹੁਣ ਰੋਣ ਨਾਲ ਮਸਲਾ ਹੱਲ ਨਹੀਂ ਹੋਏਗਾ। ਪਰ ਬਿਨਾਂ ਰੋਏ ਤੋਂ ਤਾਂ ਵੀਰੋ ਮਾਂ ਵੀ ਦੁੱਧ ਨਹੀਂ ਚੁੰਘਾਉਂਦੀ, ਥੋੜੀ ਜਿਹੀ ਚੀਕ ਤਾਂ ਮਾਰਨੀ ਪੈਂਦੀ। ਮੈਂ ਵੀ ਹੁਣ ਤੱਕ ਰੋਣ ਧੋਣ ਦੇ ਚੱਕਰ 'ਚ ਗਿਆ ਤੇ ਹੁਣ ਆਪਦੇ ਆਪ ਨੂੰ ਮੂਵ ਔਨ ਕਰਨਾ, ਤੁਸੀਂ ਵੀ ਕਰਨਾ ਔਰ ਤੁਹਾਡੇ ਹੌਸਲੇ ਨਾਲ ਮੈਂ ਵੀ ਆਪਦੇ। ਇੱਕ ਪਾਸੇ ਪਰਿਵਾਰ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ, ਉੱਥੇ ਹੀ ਸਰਕਾਰ ਨੇ ਵੀ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਦੇਣ ਦੀ ਗੱਲ ਕਹੀ ਹੈ। ਬਹੁਤ ਸਾਰੇ ਦੋਸ਼ੀ ਫੜੇ ਗਏ ਨੇ ਕਿ ਇੱਕਾ ਦੁੱਕਾ ਦੋਸ਼ੀ ਰਹਿੰਦੇ ਹੋਣਗੇ, ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਕਿ ਪਹਿਲੀ ਵਾਰ ਆ ਕੇ ਗੈਂਗਸਟਰਾਂ ਦੇ ਖਿਲਾਫ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ। ਐਸ ਪਰ ਜਿਹੜਾ ਲਾਗ ਆ, ਲਾ ਆਫ ਦੀ ਲੈਂਡ ਆ, ਉਹਦੇ ਮੁਤਾਬਕ ਸਜ਼ਾ ਮਿਲੂਗੀ। ਸੜਕ ਤੇ ਮੂਸੇਵਾਲਾ ਦਾ ਕਤਲ ਹੋਇਆ ਤੇ ਹੁਣ ਪਰਿਵਾਰ ਨੂੰ ਆਪਣੇ ਪੁੱਤ ਦੀ ਮੌਤ ਦੇ ਇਨਸਾਫ ਲਈ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਸਰਕਾਰ ਸਜ਼ਾ ਦਿਵਾਉਣ ਦਾ ਦਾਅਵਾ ਕਰ ਰਹੀ ਹੈ, ਪਰਿਵਾਰ ਸਰਕਾਰ ਤੇ ਕਿੰਤੂ ਕਰ ਰਿਹਾ ਹੈ। ਹੁਣ ਦੇਖਣਾ ਹੋਏਗਾ ਕਿ ਮੂਸੇਵਾਲਾ ਦੇ ਗੁਨਾਹਗਾਰ ਕਦੋਂ ਸਲਾਖਾਂ ਪਿੱਛੇ ਹੋਣਗੇ। ਮਾਨਸਾ ਤੋਂ ਬਲਦੇਵ ਸ਼ਰਮਾ ਦੇ ਨਾਲ ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੀ ਰਿਪੋਰਟ, ਨਿਊਜ਼ 18 ਪੰਜਾਬ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਜਿੱਥੇ ਭਾਵੁਕ ਨੇ, ਉੱਥੇ ਹੀ ਪ੍ਰਸ਼ਾਸਨ ਤੇ ਵੀ ਸ਼ਰਾਫਤ ਦਾ ਨਜਾਇਜ਼ ਫਾਇਦਾ ਚੱਕਣ ਦੇ ਇਲਜ਼ਾਮ ਲਾਏ ਤੇ ਸਿੱਧੂ ਦੀ ਮਾਂ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆਪਣੀ ਹੋਣ ਵਾਲੀ ਨੂੰਹ ਦਾ ਵੀ ਜ਼ਿਕਰ ਕੀਤਾ।
ਪਿੰਡ ਦੀ ਸਰਪੰਚ ਤੇ ਸਿੱਧੂ ਮੂਸੇਵਾਲਾ ਦੀ ਮਾਂ ਜੋ ਆਪਣੇ ਗੱਗੂ ਪੁੱਤ ਦੇ ਕਾਤਲਾਂ ਦੀ ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹੈ। ਇੱਕ ਪਾਸੇ ਮਾਤਾ ਨੂੰ ਆਪਣੇ ਜਵਾਨ ਪੁੱਤ ਦੇ ਮਰਨ ਦਾ ਦੁੱਖ ਹੈ, ਉੱਥੇ ਸਰਕਾਰ ਤੇ ਪ੍ਰਸ਼ਾਸਨ ਤੇ ਉਹਨਾਂ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਚੁੱਕਣ ਦੇ ਇਲਜ਼ਾਮ ਲਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਜੇ ਉਦੋਂ ਹੀ ਸੰਸਕਾਰ ਨਾ ਕਰਦੇ ਤਾਂ ਦੋਸ਼ੀ ਹੁਣ ਸਲਾਖਾਂ ਪਿੱਛੇ ਹੋਣੇ ਸਨ। ਆਪਾਂ ਨੇ 3 ਮਹੀਨੇ ਹੋ ਗਏ ਹੋਣ ਵਾਲੇ ਆ, ਆਪਾਂ ਨੇ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਨੂੰ ਵੀ ਬਹੁਤ ਸਮਾਂ ਦਿੱਤਾ ਹੈ ਨਾ, ਪਰ ਹੁਣ ਇਹ ਸਾਡੀ ਸ਼ਰੀਫਤਾ ਦਾ ਨਜਾਇਜ਼ ਫਾਇਦਾ ਉੱਠਿਆ ਹੈ। ਜੇ ਤਾਂ ਅਸੀਂ ਉਦੋਂ ਹੀ 2 ਦਿਨ ਸੰਸਕਾਰ ਨਾ ਕਰਦੇ ਬੱਚੇ ਦਾ, ਇਹਨਾਂ ਦੇ ਗਲ ਦੀ ਹੱਡੀ ਬਣ ਜਾਂਦੀ, ਇਹਨਾਂ ਨੇ ਕੁਛ ਨਾ ਕੁਛ ਕਰਨਾ ਸੀ। ਤੁਹਾਨੂੰ ਪਤਾ ਵੀ ਇਹ ਗੈਂਗਸਟਰਾਂ ਦਾ ਨਾਮ ਲੈ ਕੇ ਤੇ ਜਿਹੜੇ ਪਿੱਛੇ ਇਹਨਾਂ ਦੇ ਕੰਮ ਕਰ ਰਹੇ ਆ, ਜਿਹੜੇ ਕਰਾ ਰਹੇ ਆ, ਉਹਨਾਂ ਨੂੰ ਇਹ ਆਸਾਨੀ ਨਾਲ ਪਰੇ ਕਰ ਦਿੰਦੇ ਨੇ, ਪਰ ਅਸੀਂ ਨਹੀਂ ਪਰੇ ਹੋਣ ਦੇਵਾਂਗੇ। ਸਿੱਧੂ ਦੀ ਮਾਤਾ ਨੂੰ ਜਿੱਥੇ ਆਪਣੇ ਜਵਾਨ ਪੁੱਤ ਦੀ ਮੌਤ ਦਾ ਦੁੱਖ ਹੈ, ਉਸ ਤੋਂ ਜ਼ਿਆਦਾ ਉਸ ਕੁੜੀ ਦਾ ਦੁੱਖ ਸਤਾ ਰਿਹਾ ਹੈ ਜਿਸ ਦੇ ਨਾਲ ਸਿੱਧੂ ਦੀਆਂ ਲਾਵਾਂ ਹੋਣੀਆਂ ਸੀ ਤੇ ਉਸ ਦਾ ਜ਼ਿਕਰ ਕਰਦਿਆਂ ਸਿੱਧੂ ਦੀ ਮਾਂ ਭਾਵੁਕ ਹੋ ਗਈ। ਬੜੀ ਦੁੱਖ ਦੀ ਗੱਲ ਹੈ ਵੀ ਮੇਰਾ ਪੁੱਤ ਮਰ ਗਿਆ, ਅਸੀਂ ਝੱਲ ਲੈਂਦੇ, ਅਸੀਂ ਉਹਦੀ ਗੱਡੀ ਰੋੜ ਲੈਂਦੇ। ਤੁਸੀਂ ਸਾਰੇ ਜਣੇ ਆਪੋ ਉਹਦੇ ਇੱਥੇ ਹੱਥ ਧਰ ਕੇ ਦੇਖੋ, ਜਿਹੜੀ ਮੇਰੀ ਨੂੰਹ ਬਣਨ ਵਾਲੀ ਸੀ, ਕਿਸੇ ਦੀ ਧੀ ਹੈ, ਕਿਸੇ ਦੀ ਭੈਣ ਹੈ, ਸਾਨੂੰ ਉਹਦੀ ਜ਼ਿੰਦਗੀ ਬਾਰੇ ਦੇਖਦੇ ਕਿ ਸਾਡਾ ਖੂਨ ਮੱਚਦਾ ਹਰ ਟਾਈਮ। ਜੇ ਸਾਡਾ ਸਾਥ ਕੋਈ ਵੀ ਨਾ ਦੇਊਗਾ, ਪ੍ਰਸ਼ਾਸਨ ਵੀ ਨਾ ਦੇਊਗਾ, ਪਰ ਮੇਰਾ ਪੁੱਤ ਭਗਤ ਸੀ, ਉਹ ਤਾਂ ਜਿਉਂਦੇ ਨਾਲ ਜਿਹੜੇ ਇਹਨਾਂ ਨੇ ਠੱਗੀਆਂ ਮਾਰੀਆਂ ਨੇ ਨਾ, ਜਿਉਂਦਿਆਂ ਦੀਆਂ ਤਸੱਲੀਆਂ ਕਰਾਈਆਂ ਹੋਈਆਂ ਨੇ ਪਰਮਾਤਮਾ ਨੇ। ਸਿੱਧੂ ਮੂਸੇਵਾਲਾ ਦੀ ਮਾਤਾ ਜਿੱਥੇ ਭਾਵੁਕ ਹੋਈ, ਉੱਥੇ ਉਹਨਾਂ ਦਾ ਮੰਨਣਾ ਹੈ ਕਿ ਸ਼ੂਟਰਾਂ ਦਾ ਐਨਕਾਊਂਟਰ ਹੋਵੇ ਜਾਂ ਸਜ਼ਾ, ਉਸ ਦੇ ਨਾਲ ਕੋਈ ਫਰਕ ਨਹੀਂ, ਪਰ ਜਿਨ੍ਹਾਂ ਨੇ ਇਹ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਉਹਨਾਂ ਨੂੰ ਸਜ਼ਾ ਮਿਲਣ ਦੇ ਨਾਲ ਹੀ ਇਨਸਾਫ ਮਿਲੇਗਾ। ਇਹ ਵੀ ਉਮੀਦ ਹੈਗੀ ਹੈ ਵੀ ਜੋ ਕੁਝ ਕਰ ਦੇਣ, ਪਰ 2 ਬੰਦੇ ਮਾਰੇ ਨਾਲ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ। ਉਹਨਾਂ ਨੂੰ ਮਾਰਨ ਛੱਡਣ ਸਾਨੂੰ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਕਿਰਾਏ ਦੇ ਟੱਟੂ ਸੀ ਹਨਾ, ਜਿਹੜੇ ਨਿੱਕੇ ਨਿੱਕੇ ਆ ਕੇ 15 ਗਿੱਦੜਾਂ ਨੇ ਮੇਰਾ ਕੱਲਾ ਪੁੱਤ ਘੇਰ ਕੇ, ਉਹਨਾਂ ਨੂੰ ਰੱਬ ਕਦੇ ਮਾਫ ਨਹੀਂ ਕਰੂਗਾ। ਸਿੱਧੂ ਦੀ ਹੋਣ ਵਾਲੀ ਘਰਵਾਲੀ ਬਾਰੇ ਪਰਿਵਾਰ ਨੇ ਪਹਿਲੀ ਵਾਰ ਜ਼ਿਕਰ ਕੀਤਾ। ਇਕੱਲਾ ਜ਼ਿਕਰ ਹੀ ਨਹੀਂ, ਉਸ ਦਾ ਫਿਕਰ ਵੀ ਕੀਤਾ ਤੇ ਇੱਕ ਵਾਰ ਮਾਤਾ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਮਾਂ ਦਾ ਦਿਲ ਸ਼ੇਰ ਦਾ ਦਿਲ ਹੈ। ਇਸ ਦੇ ਨਾਲ ਹੀ ਮਾਂ ਨੇ ਚੇਤਾਵਨੀ ਵੀ ਦਿੱਤੀ ਕਿ ਉਸ ਦੇ ਪੁੱਤ ਦੇ ਅਸਲੀ ਕਾਤਲਾਂ ਨੂੰ ਅਸਲ ਥਾਂ ਮਤਲਬ ਜੇਲ੍ਹ ਦੇ ਅੰਦਰ ਭੇਜਿਆ ਜਾਵੇ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18 ਪੰਜਾਬ। ਸਿੱਧੂ ਮੂਸੇਵਾਲਾ ਦੇ ਸ਼ੂਟਰ ਗ੍ਰਿਫਤਾਰ ਨੇ। ਇੱਕ ਸ਼ੂਟਰ ਫਰਾਰ ਹੈ ਜਿਸ ਨੂੰ ਫੜਨਾ ਬਾਕੀ ਹੈ, ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਇਕੱਲੇ ਇਹਨਾਂ ਸ਼ੂਟਰਾਂ ਨੂੰ ਫੜਨ ਨਾਲ ਕੁਝ ਨਹੀਂ ਹੋਣਾ, ਸਗੋਂ ਹੋਮਲੈਂਡ 'ਚ ਰਹਿ ਰਹੇ ਸਾਜ਼ਿਸ਼ਕਰਤਾਵਾਂ ਨੂੰ ਵੀ ਸਲਾਖਾਂ ਪਿੱਛੇ ਭੇਜਿਆ ਜਾਵੇ। ਸਿੱਧੂ ਨੇ ਆਪਣੇ ਗਾਣੇ ਦੇ ਵਿੱਚ ਪਹਿਲਾਂ ਵੀ ਲਿਖਿਆ ਸੀ ਇੱਕ ਵਾਰੀ, ਥੱਲੇ ਹੋਮਲੈਂਡ ਬੜੇ, ਉਹਨੂੰ ਪਤਾ ਸੀ ਸਮਝੌਤੇ ਕਰਨ ਵਾਲੇ। ਇਹ ਵੱਡੀ ਸਾਰੀ ਇਮਾਰਤ ਤੇ ਇਸ ਦਾ ਵੱਡਾ ਸਾਰਾ ਨਾਮ, ਇਸ ਦੇ ਵਿੱਚ ਰਹਿਣ ਵਾਲੇ ਵੀ ਨਾਮੀ ਕਲਾਕਾਰ ਤੇ ਹੋਮਲੈਂਡ ਦੀ ਬਿਲਡਿੰਗ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ, ਸਵਾਲਾਂ ਵਿੱਚ ਵੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਨੇ ਵੀ ਇਸ ਬਿਲਡਿੰਗ ਦਾ ਜ਼ਿਕਰ ਕੀਤਾ ਸੀ ਤੇ ਹੁਣ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਬਿਲਡਿੰਗ ਦਾ ਜ਼ਿਕਰ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਇਸੇ ਬਿਲਡਿੰਗ ਦੇ ਵਿੱਚੋਂ ਹੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਹੋਈ ਹੈ ਤੇ ਇੱਥੋਂ ਹੀ ਸਿੱਧੂ ਨੂੰ ਮਾਰਨ ਦਾ ਪਲਾਨ ਬਣਾਇਆ ਗਿਆ। ਉਹਨੂੰ ਪਤਾ ਸੀ ਸਮਝੌਤੇ ਕਰਨ ਵਾਲੇ, ਅੱਗੇ ਗੰਢ ਟੁੱਪਾ ਕਰਾਉਣ ਵਾਲੇ ਹੋਮਲੈਂਡ 'ਚ ਬਹੁਤ ਬੈਠੇ ਆ। ਉਹ ਸਾਰੀ ਚੰਡੀਗੜ੍ਹ ਨੂੰ ਛੱਡ ਕੇ ਪਿੰਡ ਆ ਕੇ ਇਸੇ ਕਰਕੇ ਰਹਿਣ ਲੱਗ ਗਿਆ ਸੀ ਵੀ ਉਹ ਡੈਡੀ ਆਪਣੇ ਵਰਗੇ ਲੋਕਾਂ ਦੀ ਸੇਫ ਜਗ੍ਹਾ ਨਹੀਂ ਹੈ ਰਹਿਣ ਵਾਲੀ। ਉਹ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉੱਥੇ ਚਿੱਟੀਆਂ ਗੱਡੀਆਂ ਵਾਲੇ ਕਾਲੇ ਵਪਾਰ ਕਰਦੇ ਨੇ ਤੇ ਛੋਟੇ ਪਰਿਵਾਰਾਂ ਚੋਂ ਉੱਠ ਕੇ ਬਣੇ ਸਟਾਰਾਂ ਨੂੰ ਡਰਾਉਣ ਧਮਕਾਉਣ ਤੇ ਫਿਰ ਖੁੰਝੇ ਲਾਉਣ ਦੇ ਇੰਤਜ਼ਾਮ ਕਰਦੇ ਨੇ ਤੇ ਜਾਂ ਤਾਂ ਗੈਂਗਸਟਰਾਂ ਨੂੰ ਇਸ਼ਾਰੇ ਦਿੰਦੇ ਨੇ ਜਾਂ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਚੱਲਦੇ ਨੇ। ਉਹ ਚਿੱਟੇ ਕੱਪੜਿਆਂ ਵਾਲੇ ਵੇਖਣ ਨੂੰ ਉੱਪਰੋਂ ਵੱਡੀਆਂ ਗੱਡੀਆਂ ਤੇ ਬੜੇ ਕਾਕਾਸ਼ਾਹੀ ਉਹਨਾਂ ਦੇ ਸਟਾਈਲ ਨੇ, ਉਹ ਲੱਗਦੇ ਨੇ, ਪਰ ਉਹਨਾਂ ਦੇ ਕੰਮ ਕਾਲੇ ਨੇ। ਜਿਹੜਾ ਕੋਈ ਏਦਾਂ ਕੋਈ ਛੋਟੇ ਪਰਿਵਾਰ ਚੋਂ 2 ਕਮਰੇ ਵਾਲੇ ਮਕਾਨ ਚੋਂ ਉੱਠ ਕੇ ਗਲਤੀ ਨਾਲ ਕਾਮਯਾਬ ਹੋ ਗਿਆ, ਇਹੋ ਜਿਹੇ ਲੋਕਾਂ ਦੇ ਉੱਤੇ ਕਿਵੇਂ ਸ਼ਿਕੰਜਾ ਕੱਸਣਾ ਹੈ, ਉਹ ਸਕੀਮਾਂ ਕਰਦੇ ਰਹੇ ਆ। ਹੁਣ ਮੇਰੀ ਲੜਾਈ ਉਹਨਾਂ ਲੋਕਾਂ ਦੇ ਖਿਲਾਫ। ਬਲਕੌਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਕਤਲ ਕਰਵਾਇਆ ਉਹ ਕੈਨੇਡਾ ਬੈਠੇ ਨੇ ਤੇ ਲੋਕਾਂ ਦੀ ਹਮਦਰਦੀ ਲੈਣ ਦੇ ਲਈ ਮਨਾਲੀ ਦੀਆਂ ਤਸਵੀਰਾਂ ਪਾ ਰਹੇ ਨੇ।
ਤੇ ਨਾਲ ਹੀ ਕਿਹਾ ਕਿ ਸਾਡੇ ਪੁੱਤ ਸਿੱਧੂ ਤੋਂ ਦੂਜੇ ਸਿੰਗਰ ਇਸ ਦੇ ਲਈ ਡਰ ਰਹੇ ਸਨ ਕਿ ਉਸਨੇ ਆਪਣੇ ਗੀਤਾਂ ਦੇ ਨਾਲ ਇਸ ਇੰਡਸਟਰੀ ਦੇ ਵਿੱਚ ਅਲੱਗ ਇੰਡਸਟਰੀ ਖੜੀ ਕਰ ਦਿੱਤੀ ਸੀ। ਜਿਸ ਦਿਨ ਸਿੱਧੂ ਤੇ ਹਮਲਾ ਹੁੰਦਾ ਹੈ, ਇਹਨਾਂ ਲੋਕਾਂ ਨੇ ਫਲਾਈਟਾਂ ਫੜ ਲੀਆਂ, ਸਾਰੇ ਜਾ ਕੇ ਕੋਈ ਕਿਤੇ ਮਨਾਲੀ ਘੁੰਮਦਾ ਫਿਰਦਾ, ਕੋਈ ਵਿਦੇਸ਼ਾਂ 'ਚ ਘੁੰਮਦਾ ਫਿਰਦਾ, ਸਨੈਪਚੈਟ ਇੱਕ ਦੁਨੀਆ ਹੋਰ ਪਾਉਂਦੇ ਆ। ਮੈਨੂੰ ਇਸ ਗੱਲ ਦਾ ਸਾਰਾ ਇਲਮ ਹੈ ਸਾਰੇ ਬਾਹਰ ਆ, ਦਿਖਾਉਂਦੇ ਆਪਦੇ ਆਪ ਨੂੰ ਇੰਡੀਆ। ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਸਿੱਧੂ ਮੂਸੇਵਾਲੇ ਦਾ ਗੀਤਾਂ ਦੇ ਰਾਹੀਂ ਬਾਕੀ ਸਿੰਗਰਾਂ ਦੇ ਨਾਲ ਵਿਵਾਦ ਵੀ ਰਹਿੰਦਾ ਸੀ। ਦੱਸ ਦਈਏ ਕਿ ਹੋਮਲੈਂਡ ਅਜਿਹੀ ਸੁਸਾਇਟੀ ਹੈ ਜਿੱਥੇ ਪੰਜਾਬੀ ਦੇ ਵੱਡੇ ਸਟਾਰ ਰਹਿੰਦੇ ਨੇ ਤੇ ਅਕਸਰ ਹੀ ਮੂਸੇਵਾਲੇ ਦਾ ਇਹਨਾਂ ਦੇ ਨਾਲ ਵਿਵਾਦ ਗੀਤਾਂ ਦੇ ਰਾਹੀਂ ਸਾਹਮਣੇ ਆਉਂਦਾ ਸੀ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18 ਪੰਜਾਬ। ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਸਿਕਿਉਰਿਟੀ ਵਾਪਸ ਲਈ ਗਈ ਸੀ ਤੇ ਹੁਣ ਸਿੱਧੂ ਦੇ ਮੁਲਜ਼ਮਾਂ ਨੂੰ VVIP ਸੁਰੱਖਿਆ ਦਿੱਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪਰਿਵਾਰ ਦਾ ਦਰਦ ਛਲਕਿਆ ਹੈ ਤੇ ਸਰਕਾਰ ਤੇ ਵੀ ਕਈ ਸਵਾਲ ਉੱਠੇ ਨੇ। ਇੱਕ ਪਾਸੇ ਮੂਸੇਵਾਲਾ ਦੀ ਸਿਕਿਉਰਿਟੀ ਵਾਪਸ ਲਈ ਗਈ ਤਾਂ ਦੂਜੇ ਪਾਸੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਨੂੰ ਪੇਸ਼ੀਆਂ ਦੌਰਾਨ Z ਸਿਕਿਉਰਿਟੀ ਨਾਲ ਲਿਆਂਦਾ ਗਿਆ। 50 ਤੋਂ ਵੱਧ ਵੱਡੇ ਅਫਸਰ ਸਨ। ਬੁਲਟ ਪ੍ਰੂਫ ਗੱਡੀ ਵੀ ਸੀ, ਜਿਸ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਸਵਾਲ ਵੀ ਖੜੇ ਕੀਤੇ ਨੇ। ਬਲਕੌਰ ਸਿੰਘ ਨੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਹੈ ਕਿ ਕਈ ਕਤਲਾਂ ਦੇ ਵਿੱਚ ਸ਼ੁਮਾਰ ਗੈਂਗਸਟਰਾਂ ਨੂੰ ਤਾਂ ਬੁਲਟ ਪ੍ਰੂਫ ਗੱਡੀਆਂ ਦਿੱਤੀਆਂ ਜਾਂਦੀਆਂ ਨੇ, ਤਾਂ ਫਿਰ ਮੇਰੇ ਸ਼ੁਭਦੀਪ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ? ਜਦ ਤੱਕ ਇਹਨਾਂ ਨੇ DAT ਦੇਣੀਆਂ ਬੰਦ ਨਹੀਂ ਕਰਦੇ, ਦਿੱਲੀ ਦੀ ਸਰਕਾਰ ਪੰਜਾਬ ਸਰਕਾਰ ਨੂੰ ਬੰਦਾ ਦਿੰਦੀ ਹੈ ਔਰ ਐਫੀਡੇਵਿਟ ਲੈਂਦੀ ਹੈ, ਔਰ ਤੁਸੀਂ ਜੇਲ੍ਹਾਂ 'ਚ ਪੇਸ਼ੀਆਂ ਭੁਗਤਣ ਜਾਂਦੇ ਹੋ, ਤੁਹਾਡੇ ਤਾਂ 70 ਪਰਚੇ ਨੇ, ਤੁਸੀਂ ਬੁਲਟ ਪ੍ਰੂਫ ਗੱਡੀਆਂ 200 ਬੰਦਾ ਲੈ ਕੇ ਚੱਲਦੇ ਹੋ। ਇੱਕ ਪਾਸੇ ਸੁਰੱਖਿਆ ਵਾਪਸ ਲੈਣ ਦੇ ਸਵਾਲ ਚੁੱਕੇ ਨੇ ਤਾਂ ਉੱਥੇ ਸੁਰੱਖਿਆ ਵਾਪਸ ਲੈਣ ਵਾਲੇ ਅਧਿਕਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਹਦੀ ਸਿਹਤ ਨੂੰ ਮੇਰੀ ਕੋਈ ਕਿਸੇ ਗੱਲ ਦਾ ਕੋਈ ਖਤਰਾ ਨਹੀਂ ਹੋਊਗਾ। ਇਹ ਗੱਲ ਭਾਈ ਫਿਰ ਮੇਰੇ ਜਵਾਕ ਦਾ ਖਤਰਾ ਕਿੱਥੇ ਵਗ ਗਿਆ? ਮੇਰੇ ਨੂੰ ਤਾਂ ਤੁਸੀਂ ਬਾਜ਼ਾਰ ਦੀ ਗਲੀ 'ਚ ਵੀ ਨਹੀਂ ਵੜਨ ਦਿੱਤਾ, ਗੋਲੀਆਂ ਨਾਲ ਭੁੰਨਤਾ, ਤਾਂ ਮੇਰੇ ਜਵਾਕ ਦੇ ਹਿਊਮਨ ਰਾਈਟਸ ਕਿੱਥੇ ਸੀ? ਸਿੱਧੂ ਦੀ ਸੁਰੱਖਿਆ ਜਦੋਂ ਵਾਪਸ ਲਈ ਗਈ ਸੀ ਤਾਂ ਉਸ ਸਮੇਂ ਸਵਾਲ ਵੀ ਖੜੇ ਹੋਏ ਸਨ। ਗੈਂਗਸਟਰਾਂ ਨੂੰ ਸੁਰੱਖਿਆ ਤੇ ਵੀ ਸਵਾਲ ਖੜੇ ਹੋ ਰਹੇ ਨੇ। ਸੁਰੱਖਿਆ ਵਾਪਸੀ ਸਵਾਲਾਂ ਵਿੱਚ ਹੈ ਕਿਉਂਕਿ ਪਿਤਾ ਨੂੰ ਸਿੱਧੂ 5 ਮਿੰਟ ਕਹਿ ਕੇ ਗਿਆ ਸੀ, ਪਰ ਨਾ ਤਾਂ 5 ਮਿੰਟ ਹੋਏ ਤੇ ਨਾ ਹੀ ਸਿੱਧੂ ਮੁੜ ਕੇ ਆਇਆ ਤੇ ਮਾਂ ਪਿਓ ਸਿੱਲੀਆਂ ਅੱਖਾਂ ਦੇ ਨਾਲ ਸਿੱਧੂ ਨੂੰ ਉਡੀਕ ਰਹੇ ਨੇ ਤੇ ਸਿੱਧੂ ਦੀ ਮੌਤ ਦਾ ਇਨਸਾਫ ਉਡੀਕ ਰਹੇ ਨੇ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18 ਪੰਜਾਬ। ਸੋ ਸਿੱਧੂ ਮੂਸੇਵਾਲਾ ਦੇ ਸ਼ੂਟਰ ਤਾਂ ਗਿਰਫਤ 'ਚ ਆ ਗਏ, ਪਰ ਅਸਲੀ ਕਾਤਲ ਕਦੋਂ ਗਿਰਫਤ 'ਚ ਆਉਣਗੇ, ਇਹ ਸਵਾਲ ਤੇ ਸਵਾਲੀਆ ਚਿੰਨ੍ਹ ਹਾਲੇ ਵੀ ਬਰਕਰਾਰ ਹੈ। ਫਿਲਹਾਲ ਇਸ ਖਾਸ ਪੇਸ਼ਕਸ਼ 'ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।